ਪਹਾੜੀ ਰਾਜਿਆਂ ਨੇ ਸਲਾਹ ਕਰਕੇ ਜਿਹੜਾ ਆਪਣਾ ਵਕੀਲ ਦਿੱਲੀ ਸੂਬੇ ਪਾਸ ਭੇਜ ਕੇ ਉਸ ਪਾਸੋਂ ਔਰੰਗਜ਼ੇਬ ਨੂੰ ਗੁਰੂ ਸਾਹਿਬ ਦੇ ਵਿਰੁੱਧ ਚਿੱਠੀ ਲਿਖਵਾ ਕੇ ਬੇਨਤੀ ਕੀਤੀ ਸੀ ਕਿ ਸਾਡੀ ਮਦਦ ਵਾਸਤੇ ਆਪਣੀ ਫੌਜ ਭੇਜੋ, ਜਿਸ ਨਾਲ ਅਸੀਂ ਗੁਰੂ ਜੀ ਨੂੰ ਅਨੰਦਪੁਰ ਤਥਾ ਆਪਣੇ ਇਲਾਕੇ ਵਿੱਚੋਂ ਕੱਢ ਦਈਏ। ਵਕੀਲ ਨੇ ਦਿੱਲੀ ਤੋਂ ਰਾਜਿਆਂ ਨੂੰ ਚਿੱਠੀ ਲਿਖੀ ਕਿ ਭਾਵੇਂ ਸੂਬੇ ਨੂੰ ਔਰੰਗਜ਼ੇਬ ਵੱਲੋਂ ਦੱਖਣ ਦੀ ਚਿੱਠੀ ਦਾ ਉੱਤਰ ਸਾਡੀ ਮਦਦ ਵਾਸਤੇ ਆ ਗਿਆ ਹੈ, ਪਰ ਫੇਰ ਵੀ ਇਉਂ ਜਾਪਦਾ ਹੈ ਕਿ ਫੌਜ ਦਾ ਖਰਚ ਲੈਣ ਤੋਂ ਬਿਨਾਂ ਸੂਬਾ ਫੌਜ ਨਹੀਂ ਭੇਜੇਗਾ, ਕਿਉਂਕਿ ਮੈਂ ਇੱਕ ਦੋ ਵਾਰ ਸੂਬੇ ਨੂੰ ਪੁੱਛ ਪਰਤਾਇਆ ਹੈ। ਇਹ ਚਿੱਠੀ ਪੜ੍ਹ ਕੇ ਭੀਮ ਚੰਦ ਆਦਿਕਾਂ ਨੇ 1 ਲੱਖ ਰੁਪਇਆ ਇਕੱਠਾ ਕਰਕੇ ਦਿੱਲੀ ਭੇਜ ਦਿੱਤਾ ਅਤੇ ਦੀਨ ਬਣ ਕੇ ਬੇਨਤੀ ਕੀਤੀ ਕਿ ਜੇ ਬਾਦਸ਼ਾਹ ਸਾਡੀ ਸਹਾਇਤਾ ਨਹੀਂ ਕਰੇਗਾ ਤਾਂ ਫੇਰ ਅਸੀਂ ਹੋਰ ਕਿਸ ਨੂੰ ਆਖਾਂਗੇ, ਅਸੀਂ ਤਾਂ ਤੁਹਾਡੇ ਹੀ ਆਸਰੇ ਹਾਂ। ਰੁਪਇਆ ਭੇਜ ਕੇ ਪਿੱਛੋਂ ਪਹਾੜੀਏ ਗੱਪਾਂ ਮਾਰਨ ਲੱਗੇ ਕਿ ਹੁਣ ਸ਼ਾਹੀ ਸੈਨਾ ਆ ਜਾਵੇਗੀ ਅਤੇ ਗੁਰੂ ਜੀ ਨਾਲ ਲੜ ਕੇ ਉਹਨਾਂ ਨੂੰ ਬਾਹਰ ਕੱਢ ਦੇਵੇਗੀ। ਅਸੀਂ ਬੈਠੇ ਤਮਾਸ਼ਾ ਵੇਖਾਂਗੇ, ਇਹ ਰੁਪਇਆ ਬਾਦਸ਼ਾਹ ਨੂੰ ਦੇਣਾ ਹੀ ਸਫਲਾ ਸਮਝੋ, ਨਿੱਤ ਦਾ ਬਖੇੜਾ ਮੁੱਕ ਜਾਵੇਗਾ। ਇਸ ਤਰ੍ਹਾਂ ਗੱਲਾਂ ਕਰਕੇ ਪਹਾੜੀਏ ਖੁਸ਼ ਹੋ ਰਹੇ ਸਨ ਅਤੇ ਸ਼ਾਹੀ ਸੈਨਾ ਦੀ ਪਹੁੰਚ ਨੂੰ ਉਡੀਕ ਰਹੇ ਸਨ। ਉਧਰ ਜਦ ਰੁਪਇਆ ਦਿੱਲੀ ਸੂਬੇ ਪਾਸ ਪਹੁੰਚ ਗਿਆ ਅਤੇ ਬਾਦਸ਼ਾਹ ਦਾ ਪਰਵਾਨਾ ਵੀ ਆ ਗਿਆ ਤਾਂ ਉਸਨੇ ਦੀਨਾ ਬੇਗ ਅਤੇ ਪੈਂਡੇ ਖਾਂ ਨੂੰ 5-5 ਸੈਨਾ ਤੇ ਜੰਗ ਦਾ ਸਮਾਨ ਦੇ ਕੇ ਰਾਜਾ ਭੀਮ ਚੰਦ ਪਾਸ ਕਹਿਲੂਰ ਪਹੁੰਚਣ ਵਾਸਤੇ ਤੋਰ ਦਿੱਤਾ। ਜਦੋਂ ਸ਼ਾਹੀ ਸੈਨਾ ਰੋਪੜ ਪਹੁੰਚ ਗਈ ਤਾਂ ਪਹਾੜੀ ਰਾਜੇ ਉਸ ਦਾ ਸਵਾਗਤ ਕਰਨ ਵਾਸਤੇ ਵਾਜਿਆਂ ਗਾਜਿਆਂ ਨਾਲ ਆਪਣੀ ਸੈਨਾ ਲੈ ਕੇ ਉਸ ਨਾਲ ਜਾ ਮਿਲੇ। ਇਸ ਵਾਸਤੇ ਭੀਮ ਚੰਦ ਕਹਿਲੂਰੀਆ, ਰਾਜਾ ਵੀਰ ਸਿੰਘ ਜਸਪਾਲੀਆ ਅਤੇ ਸਿਰਮੌਰ ਦਾ ਰਾਜਾ ਮਦਨਪਾਲ ਬਹੁਤ ਸਾਰੀ ਭੇਟਾ ਲੈ ਕੇ ਦੀਨਾ ਬੇਗ ਤੇ ਪੈਂਡੇ ਖਾਂ ਨੂੰ ਮਿਲੇ ਅਤੇ ਗੁਰੂ ਜੀ ਦੀ ਸਾਰੀ ਗੱਲ ਸਮਝਾਈ। ਪਹਾੜੀਆਂ ਨੇ ਦੱਸਿਆ ਕਿ ਗੁਰੂ ਜੀ ਪਾਸ ਕੋਈ ਨੌਕਰ ਚਾਕਰ ਸੂਰਮਾ ਨਹੀਂ ਹੈ, ਇੱਧਰੋਂ ਉੱਧਰੋਂ ਮਿਲ ਕੇ ਹੀ ਦਲ ਬਣਿਆ ਹੋਇਆ ਹੈ। ਤੁਸੀਂ ਯੁੱਧ ਕਰਕੇ ਉਹਨਾਂ ਤੋਂ ਅਨੰਦਪੁਰ ਖਾਲੀ ਕਰਵਾ ਲਵੋ। ਜੇ ਅਨੰਦਪੁਰ ਰਹਿਣਾ ਚਾਹਣ ਤਾਂ ਆਪਣੀ ਈਨ ਮਨਵਾ ਲਵੋ, ਅੱਗੇ ਤੋਂ ਫਤੂਰ ਮਚਾਉਣ ਤੋਂ ਹਟ ਜਾਵੇ। ਸਾਡੀ ਰਿਆਇਆ ਦੀ ਖੇਤੀਆਂ ਨਾ ਉਜਾੜਿਆ ਕਰੇ, ਆਪਣੇ ਨਗਰ ਅਨੰਦਪੁਰ ਹੀ ਰਿਹਾ ਕਰੇ। ਇਸ ਤਰ੍ਹਾਂ ਸਮਝਾ ਬੁਝਾ ਕੇ ਉਹਨਾਂ ਦਾ ਡੇਰਾ ਅਨੰਦਪੁਰ ਦੇ ਨੇੜੇ ਲਿਆ ਕੇ ਲਵਾ ਦਿੱਤਾ। ਸ਼ਾਹੀ ਫੌਜ ਅਜੇ ਕੀਰਤਪੁਰ ਦੇ ਨੇੜੇ ਸੀ ਕਿ ਸੂਈਏ ਨੇ ਸਤਿਗੁਰ ਜੀ ਨੂੰ ਖਬਰ ਆਣ ਦਿੱਤੀ। ਆਪ ਜੀ ਨੇ ਸ਼ੀਘਰ ਹੀ ਰਣਜੀਤ ਨਗਾਰਾ ਵਜਾ ਕੇ ਆਪਣੇ ਯੋਧਿਆਂ ਨੂੰ ਤਿਆਰ ਕਰਕੇ ਸ਼ਾਹੀ ਸੈਨਾ ਦੀ ਰੋਕ ਵਾਸਤੇ ਅੱਗੇ ਭੇਜ ਦਿੱਤਾ। ਆਮੋ ਸਾਹਮਣੇ ਹੋ ਕੇ ਦੋਹਾਂ ਪਾਸਿਆਂ ਤੋਂ ਬੰਦੂਕਾਂ ਚੱਲਣ ਲੱਗੀਆਂ। ਭੱਠੇ ਵਿੱਚ ਦਾਣੇ ਭੁੱਜਣ ਵਾਂਗੂ ਤੜਾਕ ਤੜਾਕ ਤਿੜ ਤਿੜ ਦੀਆਂ ਆਵਾਜ਼ਾਂ ਨਾਲ ਕੁਝ ਸੁਣਾਈ ਨਹੀਂ ਸੀ ਦਿੰਦਾ। ਵਰਸ਼ੇ ਤੇ ਤਲਵਾਰਾਂ ਦੇ ਵਾਰਾਂ ਨਾਲ ਸੂਰਮਿਆਂ ਦੇ ਸਰੀਰਾਂ ਵਿੱਚੋਂ ਲਹੂ ਦੇ ਪਰਨਾਲੇ ਫੁੱਟ ਕੇ ਧਰਤੀ ਲਾਲ ਹੋ ਗਈ ਅਤੇ ਲਹੂ ਮਿੱਟੀ ਦਾ ਚਿੱਕੜ ਹੋ ਗਿਆ। ਇਸ ਤਰ੍ਹਾਂ ਜਦ ਘਮਸਾਨ ਦਾ ਯੁੱਧ ਹੋ ਰਿਹਾ ਸੀ ਅਤੇ ਕਈ ਸੂਰਮੇ ਮਾਰੇ ਜਾ ਚੁੱਕੇ ਸਨ ਤਾਂ ਪੈਂਡੇ ਖਾਂ ਗੁੱਸੇ ਨਾਲ ਘੋੜੇ ਨੂੰ ਅੱਗੇ ਕਰਕੇ ਸਿੱਖ ਯੋਧਿਆਂ ਨੂੰ ਆਖਣ ਲੱਗਾ, ਇਹ ਯੁੱਧ ਦੀਨ ਮਜ਼ਹਬ ਦਾ ਹੈ, ਅਸੀਂ ਯੁੱਧ ਵਾਸਤੇ ਆਏ ਹਾਂ। ਮੈਂ ਸੁਣਿਆ ਹੈ ਕਿ ਤੁਹਾਡਾ ਗੁਰੂ ਬੜਾ ਬਲੀ ਹੈ, ਉਹਨਾਂ ਨੂੰ ਮੇਰੇ ਸਾਹਮਣੇ ਕਰੋ, ਮੈਂ ਉਹਨਾਂ ਨਾਲ ਯੁੱਧ ਕਰਾਂਗਾ। ਜਦ ਪੈਂਡੇ ਖਾਂ ਨੇ ਇਹ ਗੱਲ ਲਲਕਾਰ ਕੇ ਉੱਚੀ ਆਖੀ ਤਾਂ ਗੁਰੂ ਜੀ ਨੇ ਨੀਲੇ ਘੋੜੇ ਨੂੰ ਅੱਡੀ ਲਾ ਕੇ ਝੱਟ ਪੈਂਡੇ ਖਾਂ ਦੇ ਅੱਗੇ ਜਾ ਕਿਹਾ, ਉਹ ਗੁਸੈਲ ਖਾਨ, ਅਸੀਂ ਤੇਰੇ ਨਾਲ 2 ਹੱਥ ਕਰਨ ਨੂੰ ਆ ਗਏ ਹਾਂ, ਪਹਿਲਾਂ ਤੂੰ ਵਾਰ ਕਰ ਲੈ। ਪੈਂਡੇ ਖਾਂ ਨੇ ਜਦ ਇਹ ਗੱਲ ਸੁਣੀ ਤਾਂ ਉਸਨੇ ਵਿਚਾਰਿਆ ਕਿ ਬੜੇ ਦਲੇਰ ਹਨ, ਉਹਨਾਂ ਨੇ ਮੇਰੀ ਲਲਕਾਰ ਦਾ ਕੋਈ ਡਰ ਨਹੀਂ ਮੰਨਿਆ। ਪੈਂਡੇ ਖਾਂ ਨੇ ਉੱਚੀ ਬੋਲ ਕੇ ਆਖਿਆ, ਇਹ ਹਿੰਦੂਆਂ ਦੇ ਪੀਰ, ਪਹਿਲਾਂ ਤੁਸੀਂ ਵਾਰ ਕਰ ਲਵੋ, ਕਿਉਂਕਿ ਜਦ ਮੇਰਾ ਵਾਰ ਹੋਇਆ ਤਾਂ ਤੁਹਾਡੇ ਪ੍ਰਾਣ ਨਹੀਂ ਰਹਿਣਗੇ। ਮੇਰਾ ਬਾਣ ਬੜਾ ਜ਼ਾਲਮ ਹੈ, ਇੱਕੋ ਹੀ ਵਾਰ ਨਾਲ ਮਿੱਟੀ ਵਿੱਚ ਮਿਲਾ ਦਿੰਦਾ ਹੈ। ਗੁਰੂ ਜੀ ਨੇ ਉੱਤਰ ਦਿੱਤਾ, ਪੈਂਡੇ ਖਾਨ, ਤੂੰ ਪਹਿਲਾਂ ਆ ਕੇ ਵੰਗਾਰਿਆ ਹੈ, ਇਸ ਕਰਕੇ ਯੁੱਧ ਦੀ ਇਹ ਰੀਤੀ ਹੈ ਕਿ ਜਿਹੜਾ ਪਹਿਲਾਂ ਵੰਗਾਰੇ ਪਹਿਲਾ ਵਾਰ ਉਹੀ ਕਰੇ। ਗੁਰੂ ਜੀ ਦਾ ਇਹ ਵਾਕ ਸੁਣ ਕੇ ਪੈਂਡੇ ਖਾਂ ਬੜਾ ਚਮਕਿਆ। ਦੋਹਾਂ ਪਾਸਿਆਂ ਦੇ ਸੂਰਮੇ ਇਹਨਾਂ ਲਲਕਾਰਾਂ ਤੇ ਵੰਗਾਰਾਂ ਨੂੰ ਸੁਣ ਕੇ ਆਪੋ ਆਪਣੇ ਯੋਧਿਆਂ ਦੇ ਬਲ ਬਹਾਦਰੀ ਦੀਆਂ ਗੱਲਾਂ ਕਰਨ ਲੱਗੇ। ਸਿੰਘ ਕਹਿਣ ਗੁਰੂ ਜੀ ਖਾਨ ਨੂੰ ਨਹੀਂ ਛੱਡਣਗੇ, ਤੁਰਕ ਕਹਿਣ ਪੈਂਡੇ ਖਾਂ ਤੋਂ ਗੁਰੂ ਜੀ ਬਚ ਨਹੀਂ ਸਕਣਗੇ। ਪੈਂਡੇ ਖਾਂ ਨੇ ਗੁੱਸੇ ਨਾਲ ਇੱਕ ਬਾਣ ਛੱਡਿਆ, ਪਰ ਗੁਰੂ ਜੀ ਦੇ ਤੇਜ ਨਾਲ ਉਸ ਦਾ ਹੱਥ ਕੰਬ ਗਿਆ। ਤੀਰ ਗੁਰੂ ਜੀ ਦੇ ਮੱਥੇ ਵਿੱਚ ਲੱਗਣ ਦੀ ਥਾਂ ਕੰਨ ਨੂੰ ਛੋਹ ਕੇ ਅੱਗੇ ਲੰਘ ਗਿਆ। ਗੁਰੂ ਜੀ ਨੇ ਕਿਹਾ, ਓਏ ਖਾਨ, ਤੂੰ ਕਿਸੇ ਪਾਸੋਂ ਤੀਰ ਚਲਾਉਣਾ ਸਿੱਖਿਆ ਵੀ ਹੈ ਕਿ ਨਹੀਂ? ਮੇਰੇ ਮਨ ਵਿੱਚ ਹਿਰਖ ਨਾ ਰਹਿ ਜਾਵੇ, ਤੂੰ ਦੂਸਰਾ ਵਾਰ ਫੇਰ ਕਰ ਲੈ।
ਪੈਂਡੇ ਖਾਂ ਨੇ ਕਿਹਾ, ਮੈਨੂੰ ਸ਼ਰਮ ਆਉਂਦੀ ਹੈ ਕਿ ਮੇਰਾ ਵਾਰ ਨਿਫਲ ਚਲਿਆ ਗਿਆ ਹੈ। ਜਦ ਗੁਰੂ ਜੀ ਨੇ ਉਸ ਨੂੰ ਹੀ ਵਾਰ ਕਰਨ ਵਾਸਤੇ ਕਿਹਾ ਤਾਂ ਪੈਂਡੇ ਖਾਂ ਨੇ ਫੇਰ ਗੁੱਸੇ ਨਾਲ ਕੰਨਾਂ ਤੱਕ ਖਿੱਚ ਕੇ ਦੂਜਾ ਬਾਣ ਗੁਰੂ ਜੀ ਦੇ ਮਸਤਕ ਨੂੰ ਨਿਸ਼ਾਨਾ ਕਰਕੇ ਛੱਡਿਆ, ਪਰ ਇਹ ਬਾਣ ਵੀ ਗੁਰੂ ਜੀ ਦੇ ਦੁਮਾਲੇ ਨੂੰ ਛੂਹ ਕੇ ਅੱਗੇ ਲੰਘ ਗਿਆ। ਪੈਂਡੇ ਖਾਂ ਇਹ ਵੇਖ ਕੇ ਬੜਾ ਹੈਰਾਨ ਤੇ ਸ਼ਰਮਿੰਦਾ ਹੋ ਗਿਆ। ਦੀਨਾ ਬੇਗ ਵੀ ਪੈਂਡੇ ਖਾਂ ਤੇ ਗੁਰੂ ਜੀ ਦੇ ਟਾਕਰੇ ਨੂੰ ਵੇਖ ਰਿਹਾ ਸੀ। ਗੁਰੂ ਜੀ ਨੇ ਨੀਲੇ ਘੋੜੇ ਨੂੰ ਚੱਕਰ ਦੇ ਕੇ ਪੈਂਡੇ ਖਾਂ ਨੂੰ ਆਖਿਆ, ਲੈ ਭਾਈ ਖਾਨ, ਹੁਣ ਤੂੰ ਸਾਡੇ ਵਾਰ ਵਾਸਤੇ ਤਿਆਰ ਹੋ ਜਾ। ਖਾਨ ਨੇ ਕਿਹਾ, ਮੈਂ ਤਿਆਰ ਹਾਂ, ਹੁਣ ਤੁਸੀਂ ਆਪਣੇ 2 ਵਾਰ ਲੈ ਲਵੋ। ਗੁਰੂ ਜੀ ਬੋਲੇ, ਨਹੀਂ, ਅਸੀਂ 1 ਵਾਰ ਹੀ ਲਵਾਂਗੇ, 2 ਨਹੀਂ ਲਵਾਂਗੇ, ਸੂਰਮੇ ਦਾ 1 ਵਾਰ ਹੀ ਹੁੰਦਾ ਹੈ। ਇਉਂ ਆਖ ਕੇ ਗੁਰੂ ਜੀ ਨੇ ਖਾਨ ਦੇ ਗਿਰਦੇ ਨੀਲੇ ਨੂੰ ਫੇਰ ਕੇ ਵੇਖਿਆ ਕਿ ਖਾਨ ਦਾ ਕੋਈ ਸਰੀਰਕ ਅੰਗ ਨੰਗਾ ਨਹੀਂ ਹੈ, ਸਭ ਸੰਜੋਅ ਨਾਲ ਢਕਿਆ ਹੋਇਆ ਹੈ। ਪਰ ਫਿਰ ਹੋਰ ਧਿਆਨ ਨਾਲ ਜਦ ਆਪ ਜੀ ਨੇ ਵੇਖਿਆ ਤਾਂ ਖਾਨ ਦੇ ਕੰਨ ਕੋਲ ਥੋੜਾ ਜਿਹਾ ਥਾਂ ਨੰਗਾ ਸੀ। ਇਸ ਨੰਗੇ ਥਾਂ ਉੱਤੇ ਜਦ ਆਪ ਜੀ ਨੇ ਨਿਸ਼ਾਨਾ ਬੰਨ੍ਹ ਕੇ ਤੀਰ ਮਾਰਿਆ ਤਾਂ ਖਾਨ ਘੋੜੇ ਤੋਂ ਉਲਟ ਕੇ ਹੇਠਾਂ ਜਾ ਪਿਆ ਤੇ ਗੁਰੂ ਜੀ ਨੇ ਝੱਟ ਹੀ ਤਲਵਾਰ ਖਿੱਚ ਕੇ ਖਾਨ ਦਾ ਸਿਰ ਧੜ ਤੋਂ ਵੱਖਰਾ ਕਰ ਦਿੱਤਾ। ਖਾਨ ਮਰਿਆ ਵੇਖ ਕੇ ਖਾਲਸੇ ਨੇ ਖੁਸ਼ੀ ਨਾਲ ਧੌਂਸੇ, ਨਗਾਰੇ ਆਦਿਕ ਵਜਾਏ ਅਤੇ ਮਾਰਾ ਬਕਾਰਾ ਕਰਕੇ ਤਲਵਾਰਾਂ ਧੂ ਕੇ ਵੈਰੀ ਦੇ ਪਰਛੇ ਲਾ ਦਿੱਤੇ। ਇਸ ਘਮਸਾਨ ਵਿੱਚ ਜੋ ਵੀ ਅੜਿਆ ਉਹ ਮਰਿਆ ਅਤੇ ਜੋ ਭੱਜ ਗਿਆ ਉਹ ਬਚਿਆ। ਪਹਾੜੀਏ ਰਾਜੇ ਵੀ ਡਰਦੇ ਹੋਏ ਜਾਨਾਂ ਬਚਾ ਕੇ ਭੱਜ ਗਏ। ਦੀਨਾ ਬੇਗ ਵੀ ਫੱਟੜ ਹੋ ਕੇ ਪਿੱਛੇ ਹਟ ਗਿਆ। ਜਦ ਪਹਾੜੀਏ ਵੀ ਭੱਜ ਗਏ ਤੇ ਸ਼ਾਹੀ ਸੈਨਾ ਵੀ ਬਚੀ ਖੁਚੀ ਭੱਜ ਗਈ ਤਾਂ ਫੇਰ ਲੜੇ ਕਿਹੜਾ। ਖਾਲਸੇ ਨਾਲ ਲੜਨ ਵਾਲਾ ਕੋਈ ਮੈਦਾਨ ਵਿੱਚ ਨਾ ਰਿਹਾ। ਖਾਲਸਾ ਦਲ ਨੇ ਭੱਜੇ ਜਾਂਦੇ ਦੁਸ਼ਮਣ ਦਲਾਂ ਦਾ ਖਿਦਰਾਬਾਦ, ਰੋਪੜ ਦੇ ਨੇੜੇ ਜੋ ਹੈ, ਪਿੰਡ ਤੱਕ ਪਿੱਛਾ ਕਰਕੇ ਅਨੇਕਾਂ ਨੂੰ ਮਾਰਿਆ ਤੇ ਬਹੁਤ ਸਾਰੇ ਘੋੜੇ, ਸ਼ਸਤਰ ਅਤੇ ਹੋਰ ਸਮਾਨ ਕਾਬੂ ਕਰ ਲਿਆ। ਇਸ ਤਰ੍ਹਾਂ ਸ਼ਾਹੀ ਫੌਜ ਨੂੰ ਭਾਜੜ ਪਾ ਕੇ ਤੇ ਲੁੱਟ-ਪੁੱਟ ਕੇ ਖਾਲਸਾ ਦਲ ਵਾਪਸ ਆਨੰਦਪੁਰ ਨੂੰ ਆ ਗਿਆ ਤੇ ਦੀਨਾ ਬੇਗ ਆਪ ਫੱਟੜ ਹੋਇਆ ਥੋੜੇ ਜਿਹੇ ਬਚੇ ਹੋਏ ਸੈਨਿਕ ਲੈ ਕੇ ਦਿੱਲੀ ਵਾਪਸ ਪਹੁੰਚ ਗਿਆ। ਖਾਲਸਾ ਜੀ ਨੇ ਆਪਣੇ ਸ਼ਹੀਦਾਂ ਦਾ ਸੰਸਕਾਰ ਕਰਕੇ ਫੱਟੜਾਂ ਨੂੰ ਆਨੰਦਪੁਰ ਲਿਜਾ ਕੇ ਉਹਨਾਂ ਦੀ ਮਰਮ ਪੱਟੀ ਕੀਤੀ ਅਤੇ ਖੁਸ਼ੀ ਦੇ ਦਬਾਮੇ ਵਜਾ ਕੇ ਕੜਾਹ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਵਰਤਾਈਆਂ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।